द लाइव टुडे चैनल देख रहे दर्शकों का स्वागत। मैं कमलजीत सिद्धू। कांग्रेस ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ। ਕਾਂਗਰਸ ਵੱਲੋਂ ਜਿੱਥੇ ਸੰਸਦ ਭਵਨ ਅਤੇ ਰਾਸ਼ਟਰਪਤੀ ਭਵਨ ਨੂੰ ਘੇਰਿਆ ਜਾ ਰਿਹਾ ਹੈ, ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉੱਥੇ ਪ੍ਰਿयंका ਗਾਂਧੀ ਸੀਨੀਅਰ ਕਾਂਗਰਸੀ ਆਗੂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ। ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਮੋਦੀ ਦੀ ਸਰਕਾਰ खिलाफ ਇਹ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਤੋਂ ਬਾਅਦ ਕੀ ਬੋਲੇ ਨੇ ਪ੍रियंका गांधी, आओ सुन लेने हैं। इनको लगता है कि जितने भी इनके विपक्ष में जो कुछ कहता है उनको ये दबा सकते हैं, और इनको ये लगता है कि दबाने के बाद ऐसे अपनी फोर्स दिखाने के बाद हम चुपचाप से समझौता करके बस में बैठ जाएंगे इनके साथ। तो क्यों करें हम तो एक मकसद से है ना यहाँ। हमारा मकसद ये है कि हम इनके मंत्री कह रहे हैं इनको महंगाई नहीं दिखती, तो हम पीएम हाउस तक चल के महंगाई दिखाना चाहते हैं, गैस का सिलेंडर दिखाना चाहते हैं जो आज कोई खरीद नहीं सकता है। इतनी महंगाई है, चाहे गरीब हो चाहे मिडिल क्लास के हो, सब तरस रहे हैं, सब तड़प रहे हैं, और कोई कुछ ना बोले। उनके लिए महंगाई तो है नहीं। उन्होंने तो पूरी देश की संपत्ति, मोदी जी ने पूरे देश की संपत्ति अपने दोस्तों को दे दी है, उन पे कभी कोई कार्रवाई नहीं है। 2-4 लोग रईस हो गए हैं, उनके महल बने हुए हैं, लेकिन जो आम जनता वो तरस रही है, तड़प रही है। ये ठीक है क्या? उनको महंगाई इसलिए नहीं दिखती, उनके लिए है ही नहीं, उनके पास पैसा ही पैसा है, जो चाहे जब खरीदे। सब्जी खरीद सकते हैं, दाल, आटा, चावल, सरसों का तेल, सब कुछ महंगा हो गया। गैस सिलेंडर किस लिए उठा के ले जा रहे हैं हम? क्योंकि नहीं दिख रही है ना महंगाई। देखिए ये सिलेंडर कितना महंगा हो गया कि कोई खरीद ही नहीं सकता। ਉਧਰ ਬੀਬੀ ਜਗੀਰ ਕੌਰ ਨੇ ਵੀ ਕੇਂਦਰ ਸਰਕਾਰ ਅਤੇ ਆਪ ਸਰਕਾਰ ਦੇ ਉੱਤੇ ਸਵਾਲ ਚੁੱਕੇ ਨੇ। ਪੰਜਾਬ ਦੀ ਆਪ ਸਰਕਾਰ ਦੇ ਬਾਰੇ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਆਯੁਸ਼ਮਾਨ ਕਾਰਡ ਵਾਲੀ ਜੋ ਸਕੀਮ ਹੈ ਉਹ ਬੰਦ ਹੋ ਚੁੱਕੀ ਹੈ, ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੀ ਨਿਖੇਧੀ ਕੀਤੀ ਔਰ ਇਸ ਤੋਂ ਇਲਾਵਾ ਜੀਐਸਟੀ ਤੇ ਵੀ ਬੀਬੀ ਜਗੀਰ ਕੌਰ ਨੇ ਕੇਂਦਰ ਨੂੰ ਘੇਰਿਆ। ਦੇਖੋ, ਕੋਈ ਵੀ ਸਰਕਾਰ ਜਿਹੜੀ ਹੈ ਉਹ ਲੋਕਾਂ ਦੀਆਂ ਲੋੜਾਂ ਨੂੰ ਅਸਲੀਅਤ ਤੌਰ ਤੇ ਨਹੀਂ ਸਮਝਦੀ। ਹੈਲਥ ਪੱਖ ਤੋਂ ਦੇਸ਼ ਦੇ ਲੋਕਾਂ ਦੀ ਸੇਵਾ ਕਰਨੀ ਸਾਡਾ ਸਾਰੀਆਂ ਸਰਕਾਰਾਂ ਦਾ ਫਰਜ਼ ਬਣਦਾ ਹੈ, ਸਟੇਟ ਦੀ ਸਰਕਾਰ ਦਾ ਵੀ ਤੇ ਦੇਸ਼ ਦੀ ਸਰਕਾਰ ਦਾ ਵੀ। ਪਿੱਛੇ ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਬਣਾਵਾਂਗੇ ਕਾਰਡ, ਆਯੁਸ਼ਮਾਨ ਕਾਰਡ ਬਣਾਏ, ਔਰ ਬਹੁਤ ਥੋੜ੍ਹੀ ਚਿਰ ਚੱਲੀ। ਮੇਰਾ ਖਿਆਲ ਇਹਦੇ 5-6 ਮਹੀਨੇ ਦੇ ਬੰਦ ਪਏ। ਜੇ ਉਹ ਬੰਦ ਪਏ ਹੈ ਤੇ ਅੱਜ ਜਦੋਂ ਇਹਨਾਂ ਨੇ ਬਜਟ ਬਣਾਇਆ ਸੀ ਸਰਕਾਰ ਨੇ, ਔਰ ਸਰਕਾਰ ਬਣਾਉਣ ਤੋਂ ਪਹਿਲਾਂ ਕਿਹਾ ਸੀ ਵੀ ਅਸੀਂ ਸਾਰੀਆਂ ਸਿਹਤ ਸੇਵਾਵਾਂ ਜਿਹੜੀਆਂ ਅਸੀਂ ਘਰ ਘਰ ਪਹੁੰਚਾਵਾਂਗੇ। ਇਹ 6 ਮਹੀਨੇ ਦਾ ਬੰਦ ਪਿਆ, ਇਹਨਾਂ ਨੂੰ ਸਰਕਾਰ ਨੂੰ 5 ਮਹੀਨੇ ਹੋਏ ਹੈ। ਅਤੇ ਜੇ ਇਹਨਾਂ ਨੇ ਬਜਟ ਬਣਾਇਆ ਸੀਗਾ ਅਤੇ ਉਹਦੇ 'ਚ ਇਹਨਾਂ ਨੇ ਮੁਹੱਲਾ ਕਲੀਨਿਕ ਜੋ ਕਹਿੰਦੇ ਅਸੀਂ ਕਰਨ ਲੱਗੇ ਹਾਂ, ਪਹਿਲਾਂ ਚੰਗਾ ਹੁੰਦਾ ਕਿ ਉਹਨਾਂ ਦਾ ਉਹ ਕੋਈ ਐਸੀ ਇਲਾਜ ਵਾਸਤੇ ਸਹੂਲਤ ਦੇ ਦਿੰਦੇ, ਜਿਹੜੀ ਕੋਈ ਪਰੇਸ਼ਾਨੀ ਆਈ ਸੀ ਉਹ ਕਰ ਲੈਂਦੇ। ਦੇਖੋ, ਸਭ ਤੋਂ ਪਹਿਲਾਂ ਤਾਂ ਜ਼ਰੂਰਤ ਸੀ ਸਿਹਤ ਸੇਵਾਵਾਂ ਦੀ ਕਿ ਜਿਹੜੇ ਆਪਣੇ ਆਲਰੇਡੀ ਐਗਜ਼ਿਸਟਿੰਗ ਹਸਪਤਾਲ ਹੈ ਉਹਨਾਂ ਨੂੰ ਮਜ਼ਬੂਤ ਕਰਦੇ, ਉਹਨਾਂ ਨੂੰ ਬਕਾਇਦਾ ਜਿਹੜੀਆਂ ਉਹਨਾਂ ਦੀਆਂ ਲੋੜਾਂ ਸੀ, ਬੈੱਡ ਦੀ ਲੋੜ ਹੈ, ਦਵਾਈਆਂ ਦੀ ਲੋੜ ਹੈ, ਡਾਕਟਰਾਂ ਦੀ ਲੋੜ ਹੈ, ਉੱਥੇ ਜਿਹੜੀਆਂ ਮਸ਼ੀਨਾਂ ਦੀ ਲੋੜ ਹੈ, ਐਕਸਰੇ ਮਸ਼ੀਨਾਂ ਦੀ ਲੋੜ ਹੈ, ਜੋ ਵੀ ਉੱਥੇ ਘਾਟਾਂ ਸਨ, ਪਹਿਲਾਂ ਸਰਕਾਰ ਦਾ ਫਰਜ਼ ਸੀ ਉਹਨਾਂ ਹਸਪਤਾਲਾਂ ਵਿੱਚ ਉਹ ਘਾਟਾਂ ਪੂਰੀਆਂ ਕਰਦੇ ਔਰ ਉਹਨਾਂ ਘਾਟਾਂ ਨੂੰ ਪੂਰੀਆਂ ਕਰਕੇ ਅਤੇ ਹਸਪਤਾਲ ਨੂੰ ਮਜ਼ਬੂਤ ਕਰਦੇ। ਜਿਹੜਾ ਇਹਨਾਂ ਨੇ ਕੱਲ੍ਹ GST ਦੇ ਸੰਬੰਧ ਵਿੱਚ ਕਿਹਾ ਕਿ ਜਿਹੜੇ ਬਾਊਂਡਰੀ ਦੇ ਵਿੱਚ ਬਿਲਡਿੰਗਾਂ ਹੋਣਗੀਆਂ ਉਹਨਾਂ ਨੂੰ ਤਾਂ GST ਨਹੀਂ, ਜਿਹੜੀਆਂ ਬਾਊਂਡਰੀ ਤੋਂ ਬਾਹਰ ਹੋਣਗੀਆਂ ਉਹਨਾਂ ਦੇ ਉੱਤੇ GST 12% ਲੱਗੇਗਾ। ਜਿਹੜਾ ਬੜਾ ਹੀ ਘਿਨਾਉਣਾ ਜਿਹਾ ਇਹਨਾਂ ਨੇ ਫੈਸਲਾ ਕੀਤਾ, ਗਲਤ ਫੈਸਲਾ ਕੀਤਾ। ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਹਮੇਸ਼ਾ ਆਪਣੀ ਜਗ੍ਹਾ ਦੇ ਵਿੱਚ ਹੀ ਬਣਾਉਂਦੀ ਹੈ, ਬਾਊਂਡਰੀ ਵਿੱਚ ਹੀ ਬਣਾਉਂਦੀ ਹੈ। ਜੇ ਮੰਨ ਲਓ ਕਿ ਬਾਊਂਡਰੀ ਵਿੱਚ ਜਗ੍ਹਾ ਘੱਟ ਗਈ ਹੈ, ਬਾਹਰ ਸਾਡੀ ਨਾਲ ਹੀ ਸਾਡੀ ਜਗ੍ਹਾ ਹੋਏਗੀ, ਅਸੀਂ ਉੱਥੇ ਬਣਾਵਾਂਗੇ। ਇਸ ਦੇ ਸੰਗਤ ਦੀ ਸਹੂਲਤ ਵਾਸਤੇ ਬਣਾਉਂਦੇ ਹਾਂ। ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਸਾਰਾਗੜ੍ਹੀ ਸਰਾਂ ਬਣੀ ਹੈ, ਬਿਲਕੁਲ ਗੁਰਦੁਆਰਾ ਸੰਤੋਖਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਹੈ, ਉਸੇ ਕੰਪਲੈਕਸ ਵਿੱਚ ਹੈ। ਭਾਈ ਗੁਰਦਾਸ ਹਾਲ ਸਾਡਾ ਉੱਥੇ ਬਣਿਆ ਹੋਇਆ ਕੰਪਲੈਕਸ ਆਪਣਾ। ਸੋ ਜਿਹੜੇ ਵੀ ਗੁਰਦੁਆਰੇ ਹੋਣਗੇ ਉਹਨਾਂ ਨਾਲ ਲੱਗਦੀਆਂ ਜਗ੍ਹਾ ਦੇ ਵਿੱਚ ਹੀ ਸਾਨੂੰ ਬਣਾਉਣੀਆਂ ਪੈਂਦੀਆਂ, ਖੁੱਲ੍ਹੇ ਥਾਂ ਦੇ ਉੱਤੇ ਬਣ ਜਾਣ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਿਲ ਨਾ ਆ ਸਕੇ, ਸੰਗਤਾਂ ਦੇ ਵਿੱਚ ਬਹੁਤਾ ਰਸ਼ ਨਾ ਉੱਥੇ ਪੈ ਸਕੇ। ਗੁਰੂ ਘਰ ਦੇ ਵਿੱਚ ਇੰਨੀਆਂ ਸਮਾਉਣੀਆਂ ਬਹੁਤ ਔਖੀਆਂ ਹੁੰਦੀਆਂ। ਸੋ ਮੈਂ ਸਮਝਦੀ ਹਾਂ ਕਿ ਇਹ ਸੰਗਤ ਦਾ ਸ਼ਰਧਾ ਦਾ ਪੈਸਾ ਜਿਹੜਾ ਗੁਰੂ ਘਰ ਦੇ ਪ੍ਰਚਾਰ ਵਾਸਤੇ, ਗੁਰੂ ਘਰ ਦੇ ਮੇਨਟੇਨੈਂਸ ਵਾਸਤੇ ਜਾਂ ਉੱਥੇ ਦੀਆਂ ਬਿਲਡਿੰਗਾਂ ਦੀਆਂ ਮੇਨਟੇਨੈਂਸ ਵਾਸਤੇ ਹੁੰਦਾ। ਬਹੁਤ ਥੋੜ੍ਹੀ ਸੇਵਾ, ਮਿਨੀਮਮ ਸੇਵਾ ਜਿਹੜੀ ਉਹਨੂੰ ਲਾਈ ਜਾਂਦੀ ਹੈ। ਜਿਹੜਾ ਸ਼ਰਧਾਲੂ ਹੁੰਦਾ ਬਹੁਤ ਥੋੜ੍ਹੀ ਸੇਵਾ ਦੇ ਕੇ ਉੱਥੇ ਰਹਿ ਸਕਦਾ।
ਉਹਨੂੰ ਕੋਈ ਮੁਸ਼ਕਲ ਨਹੀਂ ਆਉਂਦੀ, ਨਾਲੇ ਸ਼ਰਧਾ ਨਾਲ ਰਹਿੰਦਾ। ਸਰਾਂ ਵਿੱਚ ਹਮੇਸ਼ਾ ਹੀ ਸ਼ਰਧਾ ਨਾਲ ਰਹਿੰਦੀ ਸੰਗਤ, ਕਿਉਂਕਿ ਉਹਦੇ ਮਨ 'ਚ ਹੁੰਦਾ ਕਿ ਇੱਥੇ ਕੋਈ ਐਸੀ ਗਲਤ ਆਵਾਜ਼ ਨਹੀਂ ਪੈਂਦੀ। ਸੰਗਤਾਂ ਆਉਂਦੀਆਂ ਨੇ, ਪਿਆਰ ਸ਼ਰਧਾ ਨਾਲ ਸਾਰੀਆਂ ਉੱਥੇ ਰਹਿੰਦੀਆਂ ਨੇ। ਸੋ ਮੈਂ ਸਮਝਦੀ ਹਾਂ ਕਿ ਸਰਕਾਰ ਦਾ ਬਹੁਤ ਮਾੜਾ ਫੈਸਲਾ, ਗਲਤ ਫੈਸਲਾ। ਇਹਨਾਂ ਨੇ ਹਮੇਸ਼ਾ ਹੀ ਇਹ ਜਿਹੜਾ ਸਾਨੂੰ ਹਰਾਸਮੈਂਟ ਪਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਤੁਰੰਤ ਫੈਸਲਾ ਵਾਪਸ ਲੈਣਾ ਚਾਹੀਦਾ, ਤਾਂ ਜੋ ਇਹ ਸੰਗਤ ਦੇ ਵਿੱਚ ਇਸ ਤਰ੍ਹਾਂ ਦਾ ਜੋ ਪ੍ਰਚਾਰ ਜਾਏਗਾ ਤੇ ਸਰਕਾਰ ਪ੍ਰਤੀ ਵੀ ਸੰਗਤ ਨੂੰ ਨਫ਼ਰਤ ਹੋਏਗੀ, ਸੰਗਤ ਦੇ ਮਨ ਵਿੱਚ ਘਿਰਣਾ ਆਏਗੀ, ਸੰਗਤ ਦੇ ਮਨ ਵਿੱਚ ਇਹਨਾਂ ਦੇ ਨਾਲ ਵਿਰੋਧ ਪੈਦਾ ਹੋਏਗਾ ਕਿ ਸਰਕਾਰ ਜਿਹੜੀ ਹੈ ਇਹ ਸਾਨੂੰ ਸਗੋਂ ਇਹਨਾਂ ਨੂੰ ਚਾਹੀਦਾ ਕਿ ਅਸੀਂ ਸਾਨੂੰ ਸਹੂਲਤਾਂ ਨਾਲ ਦੇਵੇ। ਕਲੋਨਾਈਜ਼ਰ ਇੱਕ ਵਾਰੀ ਫੇਰ ਸੜਕਾਂ ਦੇ ਉੱਤੇ ਆ ਚੁੱਕੇ ਨੇ। ਆਪ ਸਰਕਾਰ ਦੇ ਖਿਲਾਫ ਉਹਨਾਂ ਨੇ ਧਰਨਾ ਲਾਇਆ, ਇਹ ਕਹਿੰਦੇ ਹੋਏ ਕਿ ਆਪ ਸਰਕਾਰ ਭਗਤ ਸਿੰਘ ਦੇ ਨਾਂ ਦੇ ਉੱਤੇ ਰਾਜ ਕਰਨ ਵਾਲੀ ਜਾਂ ਸੱਤਾ ਵਿੱਚ ਆਈ ਸਰਕਾਰ ਨੇ ਕੋਈ ਵੀ ਦਾਅਵਾ ਵਾਅਦਾ ਆਪਣਾ ਪੂਰਾ ਨਹੀਂ ਕੀਤਾ। ਪੰਜਾਬ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ, ਲੋਕ ਧਰਨੇ ਤੇ ਨਵੀਆਂ ਤਸਵੀਰਾਂ ਜਗਰਾਉਂ ਪੁਲ ਦੀਆਂ ਨੇ, ਜਿੱਥੇ ਕਲੋਨਾਈਜ਼ਰਾਂ ਦੇ ਵੱਲੋਂ ਵੱਖਰੇ ਢੰਗ ਨਾਲ ਰੋਸ ਜ਼ਾਹਿਰ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਜਿੱਥੇ ਮੌਜੂਦਾ ਸਰਕਾਰ ਖਿਲਾਫ ਰੋਸ ਜਤਾਉਂਦੇ ਹੋਏ ਪੜਾਸ ਕੱਢੀ, ਪਰ ਨਾਲ ਹੀ ਉਹਨਾਂ ਨੇ ਕਿਹਾ ਆ ਕਿ ਸ਼ਹੀਦਾਂ ਦੇ ਨਾਂ ਦੇ ਉੱਤੇ ਬਣੀ ਸਰਕਾਰ ਜੋ ਹੈ ਉਸਨੇ ਕੋਈ ਵੀ ਕੰਮ ਨੇਪਰੇ ਨਹੀਂ ਚਾੜਿਆ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰੀ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ, ਪਰ ਕੋਈ ਵੀ ਸਾਨੂੰ ਸਮਾਂ ਨਹੀਂ ਦਿੱਤਾ ਗਿਆ। ਆਓ ਸੁਣਦੇ ਹਾਂ ਕੀ ਕਹਿਣਾ ਆ ਉਹਨਾਂ ਦਾ। ਅੱਜ ਜਿਹੜਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਪ੍ਰਤਿਮਾ ਤੇ ਤੁਸੀਂ ਅੱਜ ਸ਼ਰਧਾ ਸੁਮਨ ਅਰਪਿਤ ਪਹਿਲਾਂ ਸੜਕ ਤੇ ਪ੍ਰੋਟੈਸਟ ਕੀਤਾ, ਅਸੀਂ ਸੜਕ ਤੇ ਪ੍ਰੋਟੈਸਟ ਕੀਤਾ, ਉਸ ਤੋਂ ਬਾਅਦ ਪ੍ਰਤਿਮਾ ਤੇ ਤਾਂ ਆਏ ਆ ਵੀ ਇਹ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੀ ਸਰਕਾਰ ਆਪਣੇ ਆਪ ਨੂੰ ਕਹਿੰਦੀ ਸੀ ਕਿ ਅਸੀਂ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੀ ਸਰਕਾਰ ਆ। ਭਗਤ ਸਿੰਘ ਦੇ ਨਾਂ ਤੇ ਇਹਨਾਂ ਨੇ ਵੋਟਾਂ ਲਾਈਆਂ, ਭਗਤ ਸਿੰਘ ਦੇ ਨਾਂ ਤੇ ਇਹਨਾਂ ਨੇ ਸਭ ਕੁਝ ਕੀਤਾ, ਲੇਕਿਨ ਅੱਜ ਭਗਤ ਸਿੰਘ ਦੀ ਸੋਚ ਤੋਂ ਬਿਲਕੁਲ ਉਲਟ ਇਹ ਨਕਲੀ ਇਨਕਲਾਬੀ ਸਾਬਤ ਹੋ ਚੁੱਕੇ ਨੇ। ਭਗਤ ਸਿੰਘ ਦੀ ਸੋਚ ਤੋਂ ਬਿਲਕੁਲ ਉਲਟ ਕੰਮ ਸਰਕਾਰ ਕਰ ਰਹੀ ਹੈ। ਇਹਦੇ 'ਚ ਆਮ ਵਰਗ ਪਰੇਸ਼ਾਨ ਹੈ, ਗਰੀਬ ਵਰਗ ਪਰੇਸ਼ਾਨ ਹੈ, ਮਜ਼ਦੂਰ ਵਰਗ ਪਰੇਸ਼ਾਨ ਹੈ, ਵਪਾਰੀ ਵਰਗ ਪਰੇਸ਼ਾਨ ਹੈ, ਬਿਲਡਰ ਪਰੇਸ਼ਾਨ ਹੈ, ਵਪਾਰੀ ਪ੍ਰਾਪਰਟੀ ਡੀਲਰ ਪਰੇਸ਼ਾਨ ਹੈ, ਕਲੋਨਾਈਜ਼ਰ ਪਰੇਸ਼ਾਨ ਹੈ, ਹਰ ਬੰਦਾ ਪਰੇਸ਼ਾਨ ਹੈ ਸਰਕਾਰ ਦੇ ਵਿੱਚ। ਜਿਸ ਕਰਕੇ ਰੋਸ ਮੁਜ਼ਾਹਰਾ ਅਸੀਂ ਕੀਤਾ ਤੇ ਭਗਤ ਸਿੰਘ ਦੇ ਸ਼ਰਧਾ ਸੁਮਨ ਅਰਪਿਤ ਕੀਤੇ। ਮੁਲਾਕਾਤ ਹੋ ਪਾਈ ਹੈ ਸੀਐਮ ਸਾਹਿਬ ਦੇ ਨਾਲ? ਨਹੀਂ, ਸੀਐਮ ਸਾਹਿਬ ਨਾਲ ਮੁਲਾਕਾਤ ਨਹੀਂ ਹੋਈ। ਕੈਪਟਨ ਸਾਹਿਬ ਨਾਲ ਔਖਾ ਕੰਮ ਜੀ। ਸੀਐਮ ਸਾਹਿਬ ਨਾਲ ਬਿਲਕੁਲ ਮੁਲਾਕਾਤ ਨਹੀਂ ਹੋਈ ਤੇ ਜਿਹੜੇ ਮੁਲਾਕਾਤ ਇਹਨਾਂ ਦੇ ਮੰਤਰੀ ਨਾਲ ਹੋਈ ਹੈ, ਜਿਹੜੇ ਕਿ ਆਸ਼ਵਾਸਨ ਦੇ ਦਿੰਦੇ ਨੇ ਹਰ 15 ਦਿਨ ਬਾਅਦ, ਜਦੋਂ ਵੀ ਜਾਓ 15 ਦਿਨ ਦਾ ਸਮਾਂ ਦੇ ਦਿੰਦੇ ਨੇ, ਉਸ ਤੋਂ ਉੱਪਰ ਕੁਝ ਨਹੀਂ ਕਰਦੇ। ਤੇ ਅੱਜ ਹੁਣ ਤੁਸੀਂ ਰੋਸ ਜ਼ਾਹਿਰ ਕੀਤਾ ਹੈ, ਔਰ ਕੀ ਲੱਗਦਾ ਤੁਹਾਨੂੰ ਸਰਕਾਰ ਦੇ ਨਾਲ ਲਗਾਤਾਰ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਕਹਿ ਰਹੇ ਹੋ ਕਿ ਰਾਬਤਾ ਕਾਇਮ ਕੀਤਾ ਜਾਵੇ? ਸਰਕਾਰ ਨੂੰ ਰਫਤਾ ਕਾਇਮ ਕਰਨਾ ਚਾਹੀਦਾ, ਸਾਡੀ ਗੱਲ ਸੁਣਨੀ ਚਾਹੀਦੀ ਹੈ, ਕਿਉਂਕਿ ਪਬਲਿਕ ਦਾ ਕਰੋਸ਼ਾ ਦਿਨ ਬ ਦਿਨ ਵੱਧ ਰਿਹਾ। ਇੱਥੇ ਅਸੀਂ ਪ੍ਰਾਪਰਟੀ ਡੀਲਰ ਇਕੱਠੇ ਹੋਏ ਸੀ, ਕਲੋਨਾਈਜ਼ਰ ਇਕੱਠੇ ਹੋਏ ਸੀ, ਹੁਣ ਸਾਡੇ ਨਾਲ ਆਮ ਜਨਤਾ ਵੀ ਜੁੜਨੀ ਸ਼ੁਰੂ ਹੋ ਗਈ ਹੈ, ਮਜ਼ਦੂਰ ਵਰਗ ਵੀ ਸਾਡੇ ਨਾਲ ਜੁੜਨਾ ਸ਼ੁਰੂ ਹੋ ਗਿਆ, ਸਾਰੇ ਤਰ੍ਹਾਂ ਦੇ ਲੋਕ ਸਾਡੇ ਨਾਲ ਜੁੜਨਾ ਸ਼ੁਰੂ ਹੋ ਗਏ ਨੇ। ਇਸ ਕਰਕੇ ਪਬਲਿਕ ਦਾ ਕਰੋਸ਼ ਦਿਨੋਂ ਬ ਦਿਨ ਵੱਧ ਰਿਹਾ ਤੇ ਸਰਕਾਰ ਨੂੰ ਗੱਲ ਸਾਡੀ ਸੁਣਨੀ ਪੈਣੀ, ਮੰਨਣੀ ਪੈਣੀ, ਇਸ ਗੱਲ 'ਚ ਕੋਈ ਦੋ ਰਾਏ ਨਹੀਂ ਹੈ। ਲਗਾਤਾਰ ਪ੍ਰੋਟੈਸਟ ਕਰ ਰਹੇ ਹੋ, ਜੇ ਹੁਣ ਵੀ ਸੁਣਾਈ ਨਾ ਹੋਈ ਅਗਲਾ ਸੰਘਰਸ਼ ਅਸੀਂ ਸੋਮਵਾਰ ਨੂੰ ਸਾਰੀਆਂ ਤਹਿਸੀਲਾਂ ਬੰਦ ਕਰਾਂਗੇ। ਸਾਰੇ ਪੰਜਾਬ ਦੀਆਂ ਤਹਿਸੀਲਾਂ ਸੋਮਵਾਰ ਨੂੰ ਬੰਦ ਹੋਣਗੀਆਂ, ਉੱਥੇ ਰਜਿਸਟਰੀ ਕੰਮ ਬੰਦ ਹੋਏਗਾ, ਸਾਰਿਆਂ ਨੂੰ ਪ੍ਰੇਮ ਸਹਿਤ ਬੰਦ ਕਰਾਵਾਂਗੇ। ਅਸੀਂ ਧੱਕੇ ਨਾਲ ਨਹੀਂ ਬੰਦ ਕਰਾਂਗੇ, ਸਾਰਿਆਂ ਨੂੰ ਸਮਝਾ ਬੁਝਾ ਕੇ ਬੰਦ ਕਰਾਵਾਂਗੇ। ਇਹਨਾਂ ਦੇ ਕੰਮ ਬਿਲਕੁਲ ਜਦੋਂ ਰੈਵਨਿਊ ਆਉਣਾ ਬੰਦ ਹੋਏਗਾ ਤੇ ਤਾਂ ਇਹਨਾਂ ਨੂੰ ਸਰਕਾਰ ਨੂੰ ਪਤਾ ਲੱਗੇਗਾ ਕਿ ਸ਼ਾਇਦ ਵੈਸੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ। ਜਦੋਂ ਰੈਵਨਿਊ ਦਾ ਝਟਕਾ ਲੱਗੇਗਾ, ਠੇਸ ਪਹੁੰਚੇਗੀ, ਫਿਰ ਸ਼ਾਇਦ ਸਾਡੀ ਗੱਲ ਸੁਣ ਜਾਣ। ਇਹੀ ਸਾਡਾ ਮਤਲਬ ਹੈ। ਅੱਜ ਪੰਜਾਬ ਪ੍ਰਾਪਰਟੀ ਡੀਲਰ ਐਂਡ ਕਲੋਨਾਈਜ਼ਰ ਐਸੋਸੀਏਸ਼ਨ ਦੇ ਸੱਦੇ ਤੇ ਅਸੀਂ ਸਾਰੇ ਇੱਥੇ ਪਹੁੰਚੇ ਹਾਂ ਤੇ ਸਾਨੂੰ ਸਰਕਾਰ ਨਾਲ ਇਹ ਗੁੱਸਾ, ਜਿਹੜੀਆਂ ਇਹਨਾਂ ਨੇ ਬਿਨਾਂ ਨੋਟਿਸ ਤੋਂ ਇੱਕਦਮ ਰਜਿਸਟਰੀਆਂ ਬੰਦ ਕਰਤੀਆਂ ਜਾਂ ਐਨਓਸੀ ਦੇਣੀਆਂ ਬੰਦ ਕਰਤੀਆਂ ਤੇ ਉਹਦੇ ਨਾਲ ਅਰਬਾਂ ਖਰਬਾਂ ਰੁਪਏ ਦਾ ਕਾਰੋਬਾਰ ਲੋਕਾਂ ਦਾ ਰੁਕ ਗਿਆ। ਤੇ ਜਿਸ ਬੱਚੇ ਨੇ ਅੱਜ ਫੀਸ ਦੇ ਕੇ ਵਿਦੇਸ਼ ਨੂੰ ਜਾਣਾ, ਵਿਦੇਸ਼ ਫੀਸ ਭਰਨੀ ਆ, ਪਲਾਟ ਦਾ ਬਿਆਨਾ ਕਰੀ ਬੈਠੇ ਆ ਤੇ ਅੱਗੋਂ ਫੀਸ ਦੇਣ ਨੂੰ ਪੈਸੇ ਨਹੀਂ, ਤੇ ਕਿਸੇ ਧੀ ਦਾ ਵਿਆਹ ਰੱਖਿਆ ਹੋਇਆ, ਅਗਲੇ ਮਹੀਨੇ ਵਿਆਹਾਂ ਦਾ ਸੀਜ਼ਨ ਆ ਤੇ ਉਹ ਵਿਆਹ ਕਰਨ ਵਾਸਤੇ ਪਲਾਟ ਅਗਲਾ ਲੈ ਕੇ ਰੱਖ ਲੈਂਦਾ ਇਨਵੈਸਟਮੈਂਟ ਦੇ ਰੂਪ ਦੇ ਵਿੱਚ। ਹਰ ਕੋਈ ਮੁਲਾਜ਼ਮ ਆ ਜਾਂ ਜਿਹੜਾ ਛੋੜੇ ਵਾਲੀ ਅਗਲੇ ਦੀ ਕਿਰਤ ਕਮਾਈ ਦੇ ਵਿੱਚੋਂ ਕੁਝ ਹਿੱਸਾ ਜਿਹੜਾ ਉਹ ਪਲਾਟ ਦੇ ਰੂਪ ਦੇ ਵਿੱਚ ਅਗਲਾ ਸ਼ਹਿਰ ਦੇ ਨੇੜਲੇ ਹਿੱਸਿਆਂ ਦੇ ਵਿੱਚ ਲੈ ਕੇ ਇਨਵੈਸਟ ਕਰ ਲੈਂਦਾ। ਜਦੋਂ ਬੱਚੇ ਦਾ ਵਿਆਹ ਹੋਊਗਾ, ਕੋਈ ਕਾਰਜ ਹੋਊਗਾ ਤਾਂ ਅਸੀਂ ਵੇਚ ਕੇ ਉਹ ਕਰ ਲਵਾਂਗੇ। ਸੋ ਉਹ ਸਾਰੇ ਫਸ ਗਏ ਤੇ ਪਬਲਿਕ ਬਹੁਤ ਪਰੇਸ਼ਾਨ ਆ। ਐਨਆਰਆਈ ਵੀਰ ਜਿਨ੍ਹਾਂ ਨੇ ਆਪਣੀਆਂ ਪ੍ਰਾਪਰਟੀਆਂ ਦੇ ਬਿਆਨੇ ਲਏ ਹੋਏ ਨੇ, ਅੱਗੇ ਰਜਿਸਟਰੀਆਂ ਹੋਣੀਆਂ ਨੇ, ਉਹ ਵੀ ਫਸ ਗਏ। ਸੋ ਇਸ ਪਾਸੇ ਸਰਕਾਰ ਨੂੰ ਧਿਆਨ ਦੇਣਾ ਪਊਗਾ। ਜਿਸ ਤਰ੍ਹਾਂ ਮਾਈਨਿੰਗ ਪਾਲਿਸੀ ਪੈਂਡਿੰਗ ਉਹ ਤਾਂ ਚੱਲੀ ਜਾਂਦਾ, ਕੁਛ ਹੱਦ ਤੱਕ ਕੁਛ ਮਹਿੰਗਾ ਮਿਲ ਜੂ। ਸੋ ਰਜਿਸਟਰੀਆਂ ਕਰਕੇ ਆਉਣ ਵਾਲੇ ਦਿਨਾਂ 'ਚ ਲੋਕਾਂ ਦੇ ਵਿੱਚ ਬਹੁਤ ਅਰਾਜਕਤਾ ਫੈਲੂਗੀ। ਆਉਣ ਵਾਲੇ ਦਿਨ ਹੋਰ ਵੀ ਮਾਰੂ ਹੋਣਗੇ, ਕਿਉਂਕਿ ਸਾਰੇ ਲੋਕ ਸੜਕਾਂ ਤੇ ਆ ਜਾਣਗੇ। ਇੱਕ ਤਰ੍ਹਾਂ ਦਾ ਬਿਲਕੁਲ ਪੰਜਾਬ ਜਿਹੜਾ ਹੈਗਾ ਸੁੰਨਾ ਹੋ ਜਾਊਗਾ, ਇੱਥੇ ਇਨਵੈਸਟਰ ਖਤਮ ਹੋ ਜੂ। ਹੁਣ ਇੱਕ ਚੀਜ਼ ਮੈਂ ਤੁਹਾਡੇ ਮਾਧਿਅਮ ਰਾਹੀਂ ਚੈਨਲ ਦੇ ਹੋਰ ਕਹਿਣਾ ਚਾਹੁੰਦਾ ਵੀ ਜਿਹੜਾ ਸਨਅਤਕਾਰ ਆ, ਸਨਅਤਕਾਰ ਨੂੰ ਸੂਬੇ ਲਈ ਸ਼ੁਭ ਸ਼ਗਨ ਮੰਨਿਆ ਜਾਂਦਾ, ਉਹਨੂੰ ਸਾਡੀਆਂ ਸਰਕਾਰਾਂ ਇਨਵਾਈਟ ਕਰਕੇ ਇੱਥੇ ਲੈ ਕੇ ਆਉਂਦੀਆਂ ਨੇ। ਲੇਕਿਨ ਇਸ ਸਰਕਾਰ ਨੇ ਰਜਿਸਟਰੀਆਂ ਤੇ ਸੀਐਲਯੂ ਦੀਆਂ ਸ਼ਰਤਾਂ ਇੰਨੀਆਂ ਜ਼ਿਆਦਾ ਵਧਾਤੀਆਂ ਕਿ ਸਾਡਾ ਸਨਅਤਕਾਰ ਇੱਥੋਂ
ਜਿਹੜਾ ਹੈਗਾ ਉਹ ਹਿਜਰਤ ਕਰਕੇ ਯੂਪੀ 'ਚ ਜਾਣਾ ਸ਼ੁਰੂ ਹੋ ਗਿਆ। ਯੂਪੀ 'ਚ ਜ਼ਮੀਨ ਵੀ ਸਸਤੀ ਮਿਲਦੀ ਆ ਤੇ ਜੋਗੀ ਸਾਹਿਬ ਉਹਨਾਂ ਨੂੰ ਬੁਲਾਉਂਦੇ ਆ ਤੇ ਕੁਝ ਫੈਸਿਲਿਟੀਆਂ ਦੇ ਕੇ ਉੱਥੇ ਜਿਹੜੀ ਹੈਗੀ ਇੰਡਸਟਰੀ ਲਾਉਣ ਦੀ ਉਹਨਾਂ ਨੂੰ ਅਨੁਮਤੀ ਦਿੰਦੇ ਆ। ਸੋ ਇਸ ਕਰਕੇ ਸਾਡਾ ਜਿਹੜਾ ਪੰਜਾਬ ਆ, ਸਾਡਾ ਖਾਸ ਕਰਕੇ ਲੁਧਿਆਣਾ ਇੰਡਸਟਰੀਅਲ ਸ਼ਹਿਰ, ਇੱਥੋਂ ਵੱਡੇ ਵੱਡੇ ਇੰਡਸਟਰੀਅਲ ਘਰਾਣੇ ਜਿਹੜੇ ਆ ਯੂਪੀ 'ਚ ਜਾ ਚੁੱਕੇ ਨੇ ਜਾਂ ਜਾਣ ਦੀ ਤਿਆਰੀ ਕਰਦੇ ਨੇ। ਸੋ ਸਰਕਾਰ ਨੂੰ ਇਹ ਰੋਕਣਾ ਚਾਹੀਦਾ। ਸਾਡੇ ਰੈਵਨਿਊ ਦਾ ਵੱਡਾ ਹਿੱਸਾ ਇੰਡਸਟਰੀ ਆ ਜਾਂ ਇਹ ਜਿਹੜਾ ਪ੍ਰਾਪਰਟੀ ਰੀਅਲ ਏਸਟੇਟ ਬਿਜ਼ਨਸ ਆ। ਸੋ ਅਸੀਂ ਸਰਕਾਰ ਦੇ ਕੀ ਲੱਗਦਾ ਫੀਸ ਦੇਣ ਦੇ ਬਾਵਜੂਦ ਵੀ ਇਦਾਂ ਮਤਲਬ ਪਰੇਸ਼ਾਨ ਹੋਣਾ ਪੈ ਰਿਹਾ? ਦੇਖੋ, ਪਰੇਸ਼ਾਨ ਇਹ ਆ ਵੀ ਜਿਹੜੀ ਰਿਸ਼ਵਤਖੋਰੀ ਆ, ਜਿਹੜਾ ਅਫਸਰ ਅਧਿਕਾਰੀ ਆ, ਉਹ ਚਾਹੁੰਦਾ ਨਹੀਂਗਾ ਵੀ ਇਹ ਪ੍ਰੋਸੈਸ ਸਰਲ ਹੋਵੇ ਔਰ ਸਾਡੇ ਹੱਥਾਂ 'ਚੋਂ ਗੇਮ ਨਿਕਲੇ। ਤੇ ਇਸ ਕਰਕੇ ਉਹ ਬਾਰ-ਬਾਰ ਪ੍ਰੋਸੈਸਿੰਗ ਇੰਨੀ ਜ਼ਿਆਦਾ ਮਤਲਬ ਗੁੰਝਲਦਾਰ ਬਣਾ ਰਿਹਾ ਕਿ ਲੋਕ ਫਿਰਦੇ ਫੁਰਦੇ ਮਰ ਜਾਣਗੇ, ਐਨਓਸੀਆਂ ਨਹੀਂ ਮਿਲਣਗੀਆਂ। ਸੋ ਅਸੀਂ ਸਾਡੀ ਮੰਗ ਇਹ ਆ ਵੀ ਭਗਵੰਤ ਮਾਨ ਜੀ ਸੀਐਮ ਪੰਜਾਬ, ਅਸੀਂ ਹਰ ਰੋਜ਼ ਉਹਨਾਂ ਨੂੰ ਮਿਲਣ ਦੇ ਜਿਹੜੇ ਆ ਯਤਨ ਕਰਦੇ ਆ ਐਸੋਸੀਏਸ਼ਨ ਦੇ ਜ਼ਰੀਏ, ਤੇ ਅਸੀਂ ਹਰ ਰੋਜ਼ ਜਿਹੜੇ ਐਮਐਲਏ ਸਾਹਿਬਾਨ ਨੇ ਜਾਂ ਸਰਕਾਰ ਦੇ ਨੁਮਾਇੰਦੇ ਨੇ, ਅਸੀਂ ਉਹਨਾਂ ਤੱਕ ਪਹੁੰਚ ਕਰਦੇ ਆ ਕਿ ਸਾਡੀ ਇੱਕ ਮੀਟਿੰਗ ਜਿਹੜੀ ਆ ਉਹ ਭਗਵੰਤ ਮਾਨ ਜੀ ਨਾਲ ਕਰਵਾ ਦਿਓ। ਪਰ ਹਾਲੇ ਤੱਕ 4 ਮਹੀਨਿਆਂ 'ਚ ਸਾਨੂੰ ਉਹ ਸ਼ੁਭ ਦਿਨ ਨਹੀਂ ਆਇਆ ਜਦੋਂ ਅਸੀਂ ਉਹਨਾਂ ਦੇ ਸਾਹਮਣੇ ਰੂਬਰੂ ਹੋ ਕਿਹਾ ਸਕੇ। ਜਾਂਦਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਆਮ ਲੋਕਾਂ ਦੇ ਵਿੱਚ ਬੈਠ ਕੇ ਫੈਸਲੇ ਲਏ ਜਾਣਗੇ। ਦੇਖੋ, ਜਦੋਂ ਇਲੈਕਸ਼ਨ ਤੋਂ ਪਹਿਲਾਂ ਨਾ ਸਾਡੀ ਸਤਿੰਦਰ ਜੈਨ ਜੀ ਜਿਹੜੇ ਅੱਜ ਕੱਲ੍ਹ ਬੜੇ ਚਰਚਿਤ ਮੰਤਰੀ ਨੇ ਦਿੱਲੀ ਦੇ, ਉਹਨਾਂ ਨਾਲ ਸਾਡੀ ਇੱਕ ਮੀਟਿੰਗ ਹੋਈ ਸੀ ਜਿਹੜੀ ਸਾਡੀ ਐਸੋਸੀਏਸ਼ਨ ਦੀ, ਤੇ ਉਹਨਾਂ ਨੇ ਦੱਸਿਆ ਸੀ ਕਿੱਦਾਂ ਇਹ ਸਿੰਗਲ ਵਿੰਡੋ ਪ੍ਰਣਾਲੀ ਦਿੱਲੀ ਦੇ ਵਿੱਚ ਚੱਲਦੀ ਆ ਜਾਂ ਪੰਜਾਬ ਦੇ ਵਿੱਚ ਚਲਾਉਣਗੇ। ਤੇ ਉਹਦੇ ਅਸੀਂ ਉਹਨਾਂ ਦੇ ਕਹੇ ਦੇ ਵਿੱਚ ਆ ਕੇ ਅਸੀਂ ਸੋਚਿਆ ਅਸੀਂ ਵੀ ਸਿਸਟਮ ਨਾਲ ਚੰਗਾ ਚੱਲਣਾ ਚਾਹੁੰਦੇ ਹਾਂ, ਅਸੀਂ ਵੀ ਪੰਜਾਬ ਦੇ ਹਿਤੈਸ਼ੀ ਹਾਂ ਤੇ ਅਸੀਂ ਵੀ ਪੰਜਾਬ ਨੂੰ ਜਿਹੜਾ ਖੁਸ਼ਹਾਲ ਹੋਇਆ ਦੇਖਣਾ ਚਾਹੁੰਦੇ ਹਾਂ। ਸਰਕਾਰ ਦੇ ਕੰਧੇ ਨਾਲ ਕੰਧਾ ਲਾ ਕੇ ਚੱਲਣ ਲਈ ਤਿਆਰ ਹਾਂ, ਚੱਲਣਾ ਚਾਹੁੰਦੇ ਹਾਂ। ਤੇ ਇਸ ਉਮੀਦ ਦੇ ਵਿੱਚ ਅਸੀਂ ਆਪੋ ਆਪਣੀਆਂ ਜਿੱਥੇ ਵੀ ਪੋਲੀਟੀਕਲੀ ਪਾਰਟੀਆਂ ਨਾਲ ਸਾਡੀ ਅਟੈਚਮੈਂਟ ਸੀ ਉਹਨੂੰ ਛੱਡ ਕੇ ਅਸੀਂ ਇਸ ਇਨਕਲਾਬ ਦਾ ਸਾਥ ਦਿੱਤਾ। ਤੇ ਇਸੇ ਕਰਕੇ ਭਗਤ ਸਿੰਘ ਜੀ ਜਦੋਂ ਸਾਨੂੰ ਨਹੀਂ ਇਹ ਮੁੱਖ ਮੰਤਰੀ ਸਾਹਿਬ ਮਿਲਦੇ, ਭਗਤ ਸਿੰਘ ਨੂੰ ਅਸੀਂ ਆਹੀ ਉਹਨਾਂ ਵਾਲੀਆਂ ਪੱਗਾਂ ਬੰਨ੍ਹ ਕੇ ਇੱਕ ਰਿਕੁਐਸਟ ਕਰਨ ਵਾਸਤੇ ਇੱਥੇ ਆਏ ਹਾਂ ਕਿ ਤੁਸੀਂ ਸਾਡੀ ਸਿਫਾਰਿਸ਼ ਕਰ ਦਿਓ, ਸਰਕਾਰ ਤੁਹਾਡੀ ਸੁਣ ਲਵੇ ਜੀ, ਤੇ ਕਿਤੇ ਨਾ ਕਿਤੇ ਸਾਡੀ ਮੰਨੀ ਜਾਵੇ, ਸਾਨੂੰ ਸੁਣ ਲਿਆ ਜਾਵੇ। ਤੇ ਜੇ ਅਸੀਂ 10 ਮਿੰਟ 20 ਮਿੰਟ ਭਗਵੰਤ ਮਾਨ ਜੀ ਨਾਲ ਬੈਠ ਗਏ ਤਾਂ ਅਸੀਂ ਕਾਮਯਾਬ ਹੋ ਜਾਾਂਗੇ ਇੱਕ ਸਰਲ ਨੀਤੀ ਬਣਾਉਣ ਦੇ ਵਿੱਚ। ਉਹਨਾਂ ਦਾ ਵੀ ਫਾਇਦਾ ਹੋਊ, ਸਾਡਾ ਵੀ ਹੋਊ। ਲੇਕਿਨ ਸਾਨੂੰ ਸੁਣੇ ਬਿਨਾਂ, ਜੇ ਉਹ ਬੇਸਿਕਲ ਬੰਦਿਆਂ ਨੂੰ ਸੁਣੇ ਬਿਨਾਂ ਜੇ ਕੋਈ ਨੀਤੀ ਬਣਾਉਂਦੇ ਨੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਐਡੀ ਕਾਰਗਰ ਹੋਊਗੀ। ਲੱਗਦਾ ਬਦਲਾਅ ਚਾਹਿਆ ਸੀ, ਬਦਲਾਅ ਪਰ ਇਹ ਵੀ ਬਦਲਾਅ ਕਿੱਦਾਂ ਦਾ ਮਿਲਿਆ? ਨਹੀਂ ਜੀ, ਇਹ ਬਹੁਤ ਵੈਰੀ ਬੈਡ ਐਕਸਪੀਰੀਅੰਸ। ਹੁਣ ਤੁਹਾਡਾ ਅੱਗੇ ਕੀ ਹੈਗਾ ਐਕਸ਼ਨ? ਕੀ ਹੈਗਾ ਐਕਸ਼ਨ ਸਾਡਾ? ਦੇਖੋ, 2 ਹੁਕਮ ਸਾਡੇ ਪ੍ਰਧਾਨ ਸਰਦਾਰ ਗੁਰਮਿੰਦਰ ਸਿੰਘ ਲਾਂਬਾ ਜੀ ਕਰਨਗੇ ਜਥੇਬੰਦੀ ਦੇ, ਅਸੀਂ ਉਹਨਾਂ ਦੇ ਸਿਪਾਹੀ ਹਾਂ, ਉਹਨਾਂ ਨਾਲ ਹਰ ਜਿਹੜੇ ਹੁਕਮ ਤੇ ਪਹਿਰਾ ਦੇਵਾਂਗੇ। ਫਿਲਹਾਲ ਉਹਨਾਂ ਨੇ ਸਾਨੂੰ ਆਦੇਸ਼ ਦਿੱਤਾ ਵੀ ਅਸੀਂ ਸੋਮਵਾਰ ਤੋਂ ਪੰਜਾਬ ਦੀਆਂ ਸਾਰੀਆਂ ਸੂਬੇ ਭਰ ਦੀਆਂ ਤਹਿਸੀਲਾਂ ਜਿਹੜੀਆਂ ਨੇ ਉਹ ਬੰਦ ਕਰ ਦੇਵਾਂਗੇ। ਉੱਥੇ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਸ਼ਾਂਤਮਈ, ਤੇ ਸਰਕਾਰ ਦੇ ਕੰਨਾਂ ਤੱਕ ਆਪਣੀ ਜਿਹੜੀ ਆ ਬੇਨਤੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਸੀਐਮ ਭਗਵੰਤ ਮਾਨ ਦਾ ਬਾਦਲ ਪਰਿਵਾਰ ਉੱਤੇ ਨਿਸ਼ਾਨਾ ਕਿਹਾ 25 ਸਾਲ ਰਾਜ ਕਰਨ ਵਾਲੇ ਅੱਜ ਕਿੱਥੇ ਨੇ? ਤਾਂ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਮਾਨ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ। ਨੀਂਹ ਪੱਥਰ ਰੱਖਣ ਉਪਰੰਤ ਭਗਵੰਤ ਮਾਨ ਨੇ ਗੱਲ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕਰਕੇ ਆਪਣਾ ਫਰਜ਼ ਨਿਭਾਇਆ ਅਤੇ ਹੁਣ ਸਾਡੀ ਵਾਰੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਪੂਰੀਆਂ ਹੋਣ ਦਾ ਇੰਤਜ਼ਾਰ ਹੈ ਅਤੇ ਲੋਕ ਕਾਲੇ ਪਏ ਹੋਏ ਨੇ ਕਿ ਛੇਤੀ ਸਰਕਾਰ ਵੱਲੋਂ ਸਾਰੇ ਕੰਮ ਬਣ ਜਾਣ। ਉਹਨਾਂ ਕਿਹਾ ਕਿ ਲੋਕਾਂ ਦੇ ਕਾਲੇ ਪੈਣ ਦਾ ਕਾਰਨ ਇਹ ਹੈ ਕਿ ਪੰਜਾਬ ਦੀ ਜਨਤਾ ਨੇ ਪਹਿਲਾਂ ਬਹੁਤ ਧੋਖੇ ਖਾਦੇ ਨੇ ਤੇ ਹੁਣ ਲੋਕ ਚਾਹੁੰਦੇ ਨੇ ਕਿ ਜਲਦੀ ਤੋਂ ਜਲਦੀ ਪੰਜਾਬ ਠੀਕ ਹੋ ਜਾਏ। ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਠੀਕ ਕਰਨ ਤੇ ਲੱਗੇ ਹੋਏ ਹਾਂ। ਸੁਖਬੀਰ ਬਾਦਲ ਕੀ ਕਹਿੰਦਾ ਸਾਂਝ ਕੇਂਦਰ, ਸੇਵਾ ਕੇਂਦਰ ਕਹਿੰਦਾ ਅਸੀਂ ਬਣਾਏ ਸੀ, ਉਹਨਾਂ ਚ ਬਣਾਈ ਜਾਂਦੇ ਨੇ। ਕੀ ਗੱਲ ਜੀ, ਤੁਸੀਂ ਆਪਣੇ ਪੱਲਿਓਂ ਬਣਾਏ ਸੀ? ਲੋਕ ਤਾਂ ਪਾਥੀਆਂ ਪੱਥੀ ਜਾਂਦੇ ਨੇ ਉੱਥੇ ਮੂਹਰੇ। ਉੱਥੇ ਅਵਾਰਾ ਪਸ਼ੂ, ਅਵਾਰਾ ਗਾਵਾਂ ਫਿਰਦੀਆਂ ਨੇ। ਇਹ ਸੇਵਾ ਕੇਂਦਰ ਹੈ ਤੁਹਾਡਾ? ਇਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਹੈ ਸੁਖਬੀਰ ਬਾਦਲ ਜੀ, ਤੁਹਾਡੇ ਕਿਸੇ ਬਾਪ ਦੀ ਜ਼ਗੀਰ ਨਹੀਂ ਹੈਗੀ। ਉਹ ਸਾਡੇ ਪੈਸੇ ਨਾਲ ਹੀ ਬਣੇ ਹੋਏ ਨੇ। ਉਹਨੂੰ ਜਿੱਥੇ ਮਰਜ਼ੀ ਵਰਤੀਏ ਅਸੀਂ। ਪੁਰਾਣੀਆਂ ਡਿਸਪੈਂਸਰੀਆਂ ਜਿਹੜੀਆਂ ਬਣਾਈਆਂ ਅਸੀਂ, ਘਾਹ ਉੱਗਿਆ ਪਿਆ ਉਹਨਾਂ 'ਚ, ਉਹਨਾਂ ਨੂੰ ਠੀਕ ਕਰਾਂਗੇ। ਏਸੀ ਲੱਗਣਗੇ ਉੱਥੇ, ਡਾਕਟਰ ਆਉਣਗੇ ਉੱਥੇ। ਮੁਹੱਲਾ ਕਲੀਨਿਕਾਂ ਵਾਸਤੇ 2170 ਡਾਕਟਰਾਂ ਨੇ ਅਪਲਾਈ ਕੀਤਾ। 1940 ਤੋਂ ਵੱਧ ਪੰਜਾਬ ਦੇ ਨੇ, ਕਹਿੰਦੇ ਅਸੀਂ ਕੰਮ ਕਰਨਾ ਇੱਥੇ। ਕੰਮ ਮਿਲੂਗਾ। ਸਾਡੇ ਧੀਆਂ ਪੁੱਤ ਯੂਕਰੇਨ ਕਿਉਂ ਜਾਣ ਬਈ ਪੜਨ ਮੈਡੀਕਲ ਦੀ ਪੜ੍ਹਾਈ? ਰਸ਼ੀਆ 'ਚ ਜਾਂ ਯੂਕਰੇਨ 'ਚ? ਯੂਕਰੇਨ ਨੂੰ 25 ਸਾਲ ਹੋਏ ਨੇ ਹਜੇ ਆਜ਼ਾਦ ਹੋਏ ਨੂੰ, ਸਾਨੂੰ 75 ਹੋ ਜਾਣਗੇ 10 ਦਿਨਾਂ ਨੂੰ। ਅਸੀਂ ਕਾਲਜ ਨਹੀਂ ਬਣਾ ਸਕੇ, ਸਾਡੇ ਜਵਾਕ ਯੂਕਰੇਨ ਜਾਂਦੇ ਨੇ। ਕਾਰਨ ਕੀ ਹੈ?
ਨੰਬਰ ਆਉਂਦੇ ਆ 99%। ਇੱਥੇ ਕੋਟੇ ਨੇ, ਚੇਅਰਮੈਨ ਕੋਟਾ, ਫਲਾਨਾ ਕੋਟਾ, ਇੱਥੇ ਲੱਗਦਾ 2 ਕਰੋੜ MBBS ਕਰਾਉਣ ਦਾ, ਉੱਥੇ ਹੁੰਦਾ ਕੰਮ 25 ਤੋਂ 30 ਲੱਖ 'ਚ। ਕਿਉਂ ਨਹੀਂ ਭੇਜਣਗੇ ਜਵਾਕ? ਫਿਰ ਉੱਥੇ ਲੜਾਈ ਲੱਗ ਗਈ, ਫਿਰ ਸਾਨੂੰ ਉਹਨੂੰ ਜਾਨ ਨੂੰ ਖਤਰਾ ਹੋ ਗਿਆ, ਸਾਨੂੰ ਜਹਾਜ਼ ਭੇਜ ਕੇ ਵਾਪਸ ਬੁਲਾਉਣੇ ਪਏ। ਇਹ ਸਾਡੇ ਲਈ ਸ਼ਰਮ ਦੀ ਗੱਲ ਹੈ ਇਹ, ਕਿ ਜਾਣ ਕਿਉਂ ਇੱਥੋਂ, ਇੱਥੇ ਹੀ ਬਣਾਓ ਕਾਲਜ। ਸੋ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈਗੀ। ਤਾਂ ਉਧਰ ਸੰਸਦ ਵਿੱਚ ਹਰਸਿਮਰਤ ਬਾਦਲ ਜੋ ਹੈ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਗਰਜੀ ਹੈ। ਹਰਸਿਮਰਤ ਬਾਦਲ ਨੇ ਕਿਹਾ ਆ ਕਿ ਖਰਾਬ ਫਸਲਾਂ ਲਈ ਜੋ ਮੁਆਵਜ਼ਾ ਆ ਉਹ ਦਿੱਤਾ ਜਾਵੇ, ਵਿੱਤੀ ਪੈਕੇਜ ਜੋ ਆ ਉਹ ਦਿੱਤਾ ਜਾਵੇ। ਤਾਂ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਤੋਂ ਪੰਜਾਬ ਲਈ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ, ਤਾਂ ਜੋ ਹਾਲ ਹੀ 'ਚ ਭਾਰੀ ਬਰਸਾਤਾਂ ਕਾਰਨ ਹੜ੍ਹਾਂ ਤੇ ਵਾਰ-ਵਾਰ ਫਸਲ ਖਰਾਬ ਹੋਣ ਨਾਲ ਕਿਸਾਨਾਂ ਨੂੰ ਪਏ ਘਾਟੇ ਦਾ ਮੁਆਵਜ਼ਾ ਦਿੱਤਾ ਜਾ ਸਕੇ। ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿਹਤ ਮੰਤਰੀ ਨੂੰ ਇਹ ਬੇਨਤੀ ਕੀਤੀ ਹੈ ਕਿ ਏਮਸ ਬਠਿੰਡਾ ਦੇ ਟਰੋਮਾ ਸੈਂਟਰ ਨੂੰ ਅਪਗ੍ਰੇਡ ਕਰਕੇ 300 ਬੈੱਡਾਂ ਦਾ ਕਰਨ ਲਈ ਵੀ ਫੰਡਾਂ ਨੂੰ ਪ੍ਰਵਾਨਗੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸੰਸਥਾ ਦੇ ਐਮਰਜੈਂਸੀ ਬਲਾਕ 'ਚ ਸਿਰਫ 28 ਐਮਰਜੈਂਸੀ ਮਾਮਲਿਆਂ ਨਾਲ ਨਜਿੱਠਣ ਦੀ ਸਮਰੱਥਾ ਹੈ, ਤੇ ਇਸ ਕਰਕੇ ਬਠਿੰਡਾ ਦਾ ਟਰੋਮਾ ਸੈਂਟਰ ਤੁਰੰਤ ਅਪਗ੍ਰੇਡ ਹੋਣਾ ਚਾਹੀਦਾ ਹੈ। ਕੀਤੀ ਤਾਂ ਇਹ ਕੰਪਨੀਆਂ ਖੁਦ ਹੀ ਬੰਦ ਹੋ ਜਾਣਗੀਆਂ। श्रीमती हरसिमरत कौर बादल जी। शुक्रिया सर। सर, मेरे क्षेत्र में पिछले कुछ समय से किसानों के ऊपर बहुत बड़ी तकलीफ मुसीबत आई हुई है सर। आप जानते हैं कि कुछ समय पिछले क्रॉप में जब वीट था तो मार्च के महीने में इतनी गर्मी आ गई कि उसका ग्रेन सुकड़ गया, उसकी आउटपुट कम हुई, और जब उसको एक्सपोर्ट करके 2 पैसे मिलने थे तो सरकार ने बैन लगा दी। अब सर दूसरी क्रॉप आई है तो बरसात करके इतना बड़ा बाढ़ आ गई है सर कि उधर लगता है कि खेत नहीं, अब वहाँ पे नदियाँ बह रही हैं, उसका सारी फसल खराब हो गई। इससे पहले सर अब नरमा जो कॉटन क्रॉप है, लगातार 3 साल उसमें बीमारी लग रही है, कभी सुंडी, कभी सफ़ेद मच्छर, और इस करके किसानों को पली पलाई फसल को उनको अपरूट करना पड़ रहा है। सर इस बार हमारी सरकार ने, मुख्यमंत्री ने सारे किसानों को कहा कि आप मूंगी की फसल आप बीजिए और आपको 7,225 का आपको MSP में सरकार खरीद करेगी। लेकिन इतनी दुख की बात है सर कि मूंगी की 4 लाख टन का जो उनका अब क्रॉप आई है, उसमें से 10% भी सरकार ने खरीद नहीं करी और 90% किसानों को MSP के नीचे प्राइवेट प्लेयर्स को 5-6 हज़ार में बेचना पड़ा है। और सर एक तरफ से बाढ़, एक तरफ से बीमारी, एक तरफ से MSP नहीं, गरीबों के मकान बाढ़ में रुल गए हैं, मजदूरी सारी खत्म होगी, और हमारे मुख्यमंत्री हेलीकॉप्टर से देख के किसानों से बिना बात किए, उनकी बात तक नहीं पड़ी, अब उनके घरों में मच्छर पैदा हो रहा है, बीमारी फैल रही है। और यहाँ पे हमारे मेंबर ऑफ पार्लियामेंट, हमारे प्रेसिडेंट सुखबीर सिंह बादल, वो जाके मदद हम लोग कर रहे हैं, लेकिन हमारी सरकार कुछ नहीं कर रही। आपके माध्यम से मैं सरकार से अपील करती हूँ कि केंद्र इस बारी किसानों की बाँह फड़े, और ये किसान जो देश का पेट पालने का सबसे बड़ा योगदान डालता है, आप पंजाब के किसानों को कोई बहुत बहुत कॉम्पनसेशन धन्यवाद। बहुत ਤੇ ਇਸ ਦੇ ਨਾਲ ਹੀ ਖਬਰਾਂ ਦਾ ਅੱਜ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਦੇਖਦੇ ਰਹੋ ਤਾਂ ਲਾਈਵ ਟੂਡੇ ਚੈਨਲ। ਧੰਨਵਾਦ।